ਇਹ ਮੱਤੇ ਵਾਲਾ ਪਾਰਕ ਹੈਗਾ ਲੁਧਿਆਣੇ 'ਚ, ਇੱਥੇ ਇੰਡਸਟਰੀ ਲਗਾਉਣੀ ਹੈ। ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ ਗੰਦਗੀ ਦੇ ਨਾਲ ਭਰ ਕੇ ਫੇਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ, ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ, ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਲਈ ਗਈ ਹੈ। ਚੱਟਾ ਸਾਹਿਬ ਹੈਗੇ ਹੈ ਐਕਸਟਰਾ ਕਨਸਟੀਟਿਊਸ਼ਨਲ ਅਥਾਰਟੀ, ਸਾਰਾ ਕੁਝ ਚੰਡੀਗੜ੍ਹ ਤੇ ਪੰਜਾਬ ਤੋਂ ਚਲਾ ਰਹੇ ਹੈਗੇ ਆ, ਔਰ ਤੇ ਬੰਦੇ ਨੇ ਸ਼ਾਦੀ ਕਰਾਉਣੀ ਹੈ, ਉਹ ਇੱਕ ਦੂਜੇ ਦੀ ਜਾਣਕਾਰੀ ਕਰ ਲੈਣ ਚੰਗੀ ਤਰ੍ਹਾਂ। ਤੇ ਹੁਣ 3 ਮਹੀਨੇ ਤਾਂ ਉੱਧਰ ਲੱਗੇ ਪਏ ਆ ਤੇ ਪੰਜਾਬ ਨੂੰ ਟਾਈਮ ਕਿਹੜਾ ਦਊਗਾ? ਠੀਕ ਹੈ। ਸੋ ਇਹ ਵੀ ਇੱਕ ਕਮਜ਼ੋਰੀ ਹੈ ਪੰਜਾਬ ਦੀ ਕਿ ਪੰਜਾਬ ਦੇ ਕੰਮ ਨਹੀਂ ਹੋਏ ਕੋਈ ਵੀ। ਪਾਣੀਆਂ ਦਾ ਮਸਲਾ ਹੈ। ਹੁਣ ਪੰਜਾਬ ਦੀ ਸਰਕਾਰ 800 ਕਰੋੜ ਰੁਪਈਆ ਖਰਚ ਰਹੀ ਹੈ ਕਿ ਜਿਹੜੀ ਰਾਜਸਥਾਨ ਦੀ ਕਨੈਲ ਹੈ ਜਿਹਦੇ ਵਿੱਚੋਂ 3 ਦਰਿਆਵਾਂ ਦੇ ਪਾਣੀ ਜਾਂਦੇ ਹੈ, ਸਤਲੁਜ, ਬਿਆਸ ਤੇ ਰਾਵੀ ਦੇ, ਭਰੀਆਂ ਜਾਂਦੀਆਂ। ਇੱਕ ਬੂੰਦ ਪੰਜਾਬ ਦੀ ਨਹੀਂ ਹੈ। ਇਹਨਾਂ 3 ਜਿਹੜੇ ਦਰਿਆਵਾਂ ਦੇ ਪਾਣੀ ਸਾਡੇ ਹੈ। ਰਿਪੇਰੀਅਨ ਲਾਅ ਤੇ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ ਹੈ। ਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ ਬਾਰੇ ਕਦੇ ਇਹਨਾਂ ਨੇ ਮੁਆਵਜ਼ਾ ਨਹੀਂ ਮੰਗਿਆ। ਜਿਵੇਂ ਰਾਜਸਥਾਨ ਤੋਂ ਸਾਡੇ ਸੰਤ ਮਹਾਤਮਾ ਪੱਥਰ ਲਿਆਉਂਦੇ ਹੈ, ਉਹਨਾਂ ਦੇ ਉੱਤੇ ਟੈਕਸ ਲੱਗਦਾ ਹੈ ਤਾਂ ਪੱਥਰ ਇੱਥੇ ਪੰਜਾਬ ਦੇ ਵਿੱਚ ਪਹੁੰਚਦਾ ਹੈ। ਤੇ ਸਾਨੂੰ ਮਾਮਲਾ ਕਿਉਂ ਨਹੀਂ ਮਿਲਦਾ? ਪਾਣੀ ਦਾ ਹੱਕ ਤਾਂ ਪੰਜਾਬ ਦਾ ਹੈਗਾ। ਤੇ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ, ਇਸ ਨੇ ਇਲੈਕਸ਼ਨ ਲੜਨੇ ਹੈ, ਹਰਿਆਣੇ ਦੇ ਵੀ ਲੜਨੇ ਹੈ, ਦਿੱਲੀ ਦੇ ਵੀ ਲੜਨੇ ਹੈ ਤੇ ਜਿੱਥੇ ਰਾਜਸਥਾਨ ਦੇ ਵੀ ਲੜਨੇ ਹੈ। ਇਹ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਦੇ ਪਾਣੀ ਅਸੀਂ ਰਾਜਸਥਾਨ ਜਾਂ ਹਰਿਆਣੇ ਨੂੰ ਨਹੀਂ ਜਾਣ ਦੇਣੇ? ਕਹਿ ਨਹੀਂ ਸਕਦੀ। ਜਿਹੜੀ ਪਾਰਟੀ ਨੇ ਉਹਨਾਂ ਸੂਬਿਆਂ ਦੇ ਵਿੱਚ ਇਲੈਕਸ਼ਨ ਲੜਨੇ ਹੈ, ਉਹ ਕਿਵੇਂ ਕਹਿ ਦੂਗੀ ਕਿ ਅਸੀਂ ਤੁਹਾਨੂੰ ਮਾਮਲਾ ਲਵਾਂਗੇ ਜਾਂ ਕੁਛ ਲਵਾਂਗੇ? ਕਹਿ ਨਹੀਂ ਸਕਦੇ। ਸੋ ਸਾਡੇ ਨਾਲ ਇਹ ਬਹੁਤ ਬੇ। ਹੁਣ ਦੂਸਰੀ ਗੱਲ ਹੈ ਕਿ ਇਹ ਮੱਤੇ ਵਾਲਾ ਪਾਰਕ ਹੈਗਾ ਲੁਧਿਆਣੇ 'ਚ, ਇੱਥੇ ਇੰਡਸਟਰੀ ਲਗਾਉਣੀ ਹੈ। ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ ਗੰਦਗੀ ਦੇ ਨਾਲ ਭਰ ਕੇ ਫੇਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ, ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ, ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਹੋ ਜਾਊਗਾ, ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜੂਗੀ। 10 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਲੁਧਿਆਣੇ ਇਹਦੇ ਬਾਰੇ, ਜਿਹਦੇ ਵਿੱਚ ਮੈਂ ਸ਼ਾਮਲ ਹੋਊਂਗਾ ਔਰ ਉੱਥੇ ਵੀ ਦੱਸੂਗਾ ਕਿ ਇੱਥੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ। ਹੁਣ ਜਦੋਂ ਇੰਡਸਟਰੀ ਲੱਗਦੀ ਹੈ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਜਿਹੜਾ ਪੰਜਾਬ ਦਾ ਲੇਬਰ ਹੈ ਉਹ ਜ਼ਿਆਦਾ ਮਹਿੰਗਾ ਹੁੰਦਾ, ਉਹ ਜ਼ਿਆਦਾ ਪੈਸੇ ਲੈਂਦਾ। ਜਾਂ ਤਾਂ ਕੋਈ ਸ਼ਰਤ ਰੱਖੀ ਜਾਵੇ ਕਿ ਜਿਹੜਾ ਪੰਜਾਬ ਦਾ ਲੇਬਰ ਹੋਊਗਾ ਉਸ ਨੂੰ ਪੈਸੇ ਉਹਦੇ ਰਹਿਣ ਸੁਭਾਅ ਹੈਗਾ ਜਿਵੇਂ ਉਹ ਖਰਚ ਤਾਂ ਕਰਦਾ ਹੈ, ਜਿਵੇਂ ਰਹਿੰਦਾ ਸਹਿੰਦਾ ਹੈ ਉਹਦੇ ਮੁਤਾਬਕ ਮਿਲੂਗਾ। ਨਹੀਂ ਤਾਂ ਇਹ ਸਾਰੇ ਬਿਹਾਰ ਦੇ, ਇੱਧਰ ਦੇ, ਯੂਪੀ ਦੇ ਬੰਦੇ ਆ ਕੇ ਭਰਤੀ ਹੋ ਜਾਂਦੇ ਹੈ ਔਰ ਪੰਜਾਬ ਦੀ ਵਾਤਾਵਰਨ ਖਰਾਬ ਕਰਦੇ ਹੈ। ਔਰ ਇਹ ਹੈ ਉਸ ਨੂੰ ਲੁੱਟ ਕੇ ਲੈ ਜਾਂਦੇ। ਪੰਜਾਬ ਦੇ ਲੇਬਰ ਨੂੰ ਨੌਕਰੀ ਨਹੀਂ ਮਿਲਦੀ ਹੈ। ਪੰਜਾਬ ਦੇ ਲੇਬਰ ਦੀ ਜਿਹੜੀ ਮਿਹਨਤ ਹੈ
ਇਹਦੇ ਵਿੱਚ ਸਰਕਾਰਾਂ ਨੂੰ ਮੁਲਾਜ਼ਮਾਂ ਨੂੰ ਪੈਸੇ ਮਿਲਦੇ ਹੈ ਉਸ ਰੇਟ ਦੇ ਨਾਲ ਮਿਲਣ ਤਾਂ ਇੰਡਸਟਰੀ ਲੱਗੇ। ਪਰ ਇੰਡਸਟਰੀ ਲੱਗਣ ਦਾ ਫਾਇਦਾ ਤਾਂ ਹੈ ਨਾਲੇ ਉਹਦੇ 'ਚ ਸਾਡੀ ਬਿਜਲੀ ਖਰਚ ਹੁੰਦੀ ਹੈ, ਅਸੀਂ ਰਾਤਾਂ ਨੂੰ ਇਹ ਪੱਖੇ ਤੋਂ ਬਗੈਰ ਸੌਂਦੇ ਹੈ, ਸਾਨੂੰ ਖੇਤਾਂ ਦੇ ਲਈ ਟਿਊਬਵੈੱਲ ਨਹੀਂ ਚੱਲਦੇ, ਸਾਰੀ ਇੰਡਸਟਰੀ ਬਿਜਲੀ ਖਾ ਜਾਂਦੀ ਹੈ। ਪੰਜਾਬ ਨੂੰ ਫਾਇਦਾ ਨਹੀਂ ਹੈ ਜਿੰਨਾ ਚਿਰ ਸਾਡੇ ਲੇਬਰ ਦੀ ਤਨਖਾਹ ਦੂਸਰੇ ਲੇਬਰ ਦੇ ਨਾਲੋਂ ਜ਼ਿਆਦਾ ਨਹੀਂ ਹੁੰਦੀ। ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਬਾਦਲ ਸਾਹਿਬ ਦੀ ਪਹਿਲਾਂ ਵਜ਼ਾਰਤ ਬਣੀ ਸੀਗੀ, ਇਹਨਾਂ ਨੇ ਕੌਡੀ ਦੇ ਮੈਚ ਇੰਟਰਨੈਸ਼ਨਲ ਪੱਧਰ ਤੇ ਸ਼ੁਰੂ ਬੁਲਾਏ ਸੀ। ਉੱਥੇ ਕੌਡੀ ਖੇਡਣ ਦੀ ਇੰਟਰਨੈਸ਼ਨਲ ਦੀ ਗੱਲ ਜਦੋਂ ਇੱਥੇ ਆ ਗਏ ਬਾਦਲ ਸਾਹਿਬ ਇਹਨਾਂ ਦੀ ਵਜ਼ਾਰਤ ਨੇ ਕੈਨੇਡਾ, ਅਮਰੀਕਾ, ਯੂਰਪ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਡਰੱਗਸ ਦਾ ਜਾਲ ਫਸਾਤਾ। ਜਿਹਦੇ ਨਾਲ ਕਿ ਉਹਦਾ ਤਲਕ ਮੂਸੇਵਾਲ ਸਾਹਿਬ ਦੇ ਕਤਲ ਦੇ ਵਿੱਚ ਕੀ ਹੈ, ਕਿਉਂ ਕਰਕੇ ਮਿੱਟੂ ਖੇੜਾ ਬਾਦਲ ਸਾਹਿਬ ਦਾ ਖਾਸ ਸੈਕਟਰੀ ਸੀਗਾ ਤੇ ਖਾਸ ਇਹਨਾਂ ਦਾ ਇੰਟਰਸਟ ਸੀਗਾ ਕਿ ਮੂਸੇਵਾਲ ਦਾ ਜਿਹੜਾ ਬੰਦਾ ਸੀ ਨਹੀਂ ਕੀਤਾ। ਪਰ ਦੂਸਰੇ ਪਾਸੇ ਹੁਣ ਮੂਸੇਵਾਲ ਸਾਹਿਬ ਦੀ ਤਫਤੀਸ਼ ਸਿਰੇ ਕਿਉਂ ਵੀ ਚੜ ਰਹੀ, ਕਿਉਂ ਕਰਕੇ ਦਿੱਲੀ ਪੁਲਿਸ ਨੇ ਤੇ ਸੈਂਟਰ ਦੀ ਆਈਬੀ ਨੇ ਪੰਜਾਬ ਨੂੰ ਪਹਿਲਾਂ ਦੱਸਤਾ ਸੀਗਾ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ। ਜਦੋਂ ਆਈਬੀ ਨੇ ਦਿੱਲੀ ਨੇ ਪਹਿਲਾਂ ਦੱਸਤਾ ਕਿ ਕਤਲ ਹੋਣ ਵਾਲਾ ਹੈ, ਉਦੋਂ ਹੀ ਮੂਸੇਵਾਲ ਸਾਹਿਬ ਦੀ ਸਿਕਿਉਰਿਟੀ ਨੂੰ ਚੀਫ ਮਿਨਿਸਟਰ ਸਾਹਿਬ ਤੇ ਡੀਜੀਪੀ ਨੇ ਵਾਪਸ ਬੁਲਾ ਲਿਆ। ਜਿਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਮੂਸੇਵਾਲ ਸਾਹਿਬ ਨੂੰ ਕਤਲ ਕਰਨਾ ਸੀ ਉਹਨਾਂ ਦਾ ਹੱਥ ਫ੍ਰੀ ਹੋ ਗਿਆ ਕਿ ਹੁਣ ਮੌਕਾ ਹੈ ਇਸ ਨੂੰ ਉਡਾ ਦਿਓ। ਸੋ ਇਹ ਜਿਹੜੀ ਤਫਤੀਸ਼ ਹੈ ਇਹਦੇ 'ਚ ਸਿਆਸੀ ਰੰਗਤ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਇਹ ਤਫਤੀਸ਼ ਸਿਰੇ ਨਹੀਂ ਚੜ ਸਕਦੀ। ਪੰਜਾਬ ਪੁਲਿਸ ਦੇ ਹੱਥ ਪਿੱਛੇ ਬੱਝੇ ਹੋਏ ਹੈ ਕਿਉਂ ਕਰਕੇ ਆਮ ਪਾਰਟੀ ਦੀ ਸਰਕਾਰ ਹੈ। ਆਮ ਪਾਰਟੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਹੈ, ਉਸ ਦਿਨ ਅਗਲੇ ਦਿਨ ਉਹਨਾਂ ਦਾ ਕਤਲ ਹੋ ਜਾਂਦਾ ਹੈ। ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਤਫਤੀਸ਼ ਸਿਰੇ ਨਹੀਂ ਚੜ ਸਕਦੀ ਕਿਉਂ ਕਰਕੇ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਹੱਥ ਹੈ ਤੇ ਬਾਦਲਾਂ ਨੇ ਫੇਰ ਬੀਜੇਪੀ ਦੇ ਨਾਲ ਸੁਲ੍ਹਾ ਕਰ ਲਈ ਹੈ। ਸੈਂਟਰ ਫੇਰ ਨਹੀਂ ਚੱਲਣ ਦਊਗਾ ਤਫਤੀਸ਼ ਨੂੰ ਤੇ ਇਹ ਬਹੁਤ ਕੰਪਲੈਕਸ ਕੇਸ ਹੈ। ਇਸੇ ਤਰ੍ਹਾਂ ਸਰਦਾਰ ਦੀਪ ਸਿੱਧੂ ਦਾ ਵੀ ਕੇਸ ਬਹੁਤ ਗੁੰਝਲਦਾਰ ਹੈ। ਉਹਨੂੰ ਮਾਰਿਆ ਗਿਆ ਕਿਉਂ ਕਰਕੇ ਇਹ ਦੋਨੋਂ ਮੂਸੇਵਾਲ ਤੇ ਸਿੱਧੂ ਨੌਜਵਾਨੀ ਦੇ ਵਿੱਚ ਹੁਣ ਆਪਣੀ ਸੋਚ ਨੂੰ ਭਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਆ ਗਏ ਸੀਗੇ ਤੇ ਹਕੂਮਤਾਂ ਨਹੀਂ ਸੀ ਚਾਹੁੰਦੀਆਂ ਕਿ ਮੇਰੇ ਬਾਅਦ ਕੋਈ ਵੀ ਨੌਜਵਾਨ ਲੀਡਰ ਇਹੋ ਜਿਹਾ ਉੱਭਰੇ ਜਿਹਦੇ ਵਿੱਚ ਭਿੰਡਰਾਂ ਵਾਲਿਆਂ ਦੀ ਸੋਚ ਪੈਦਾ ਹੋ ਜਾਏ। ਸੋ ਸਿੱਧੂ ਦਾ ਵੀ ਜਿਹੜਾ ਕਤਲ ਕੀਤਾ ਗਿਆ ਉਹ ਵੀ ਇੱਕ ਬਹੁਤ ਅਜੀਬ ਕਿਸਮ ਦਾ ਕਤਲ ਹੈ ਜਿਹੜੀ ਇੰਡੀਆ
इंडिया की कोई भी पुलिस उन्होंने इन्वेस्टिगेट नहीं कर सकती। साडे कोले रवायत है कि जो लेबनान का प्राइम मिनिस्टर हरारे का कतल होया सीगा, उस वेले लेबनान के लोगों अपनी सरकार के उत्ते एतबार नहीं सी। फिर हरारे प्राइम मिनिस्टर के कतल की तफ्तीश UN ने कराई सीगी। दूसरे पासे साडे कोले वो भी उदाहरण हैगा कि नाल दे मुल्क पाकिस्तान का बेनज़ीर भुट्टो का कतल हो गया सीगा। जिहड़े लोग सी उन्हां नूं भरोसा नहीं सी कि साडी सरकार इस कतल नूं सही तरह करूगी। फिर उसकी तफ्तीश UN तो करवाई गई सी। असी समझते हैं कि मूसेवाल साहब का ते सिद्धू का जिहड़ी तफ्तीश है ये इंटरनेशनल पद्धर ते होए तां सच दे नाल सच निकलूगा। नहीं तो जिवें 1984 के बलूचिस्तान बाद जिहड़ी सिख कौम की नस्लकुशी हुई है उसका अजे तक कोई भी सानू जवाब हुकूमत ने नहीं दिता। ते दोनों के जिहड़े कतल है ये भी खाते पीते जाएंगे। असी चाहते हैं कि इन्हों की इंटरनेशनल जिन्ना चिर तफ्तीश नहीं होती उन्ना चिर ये लोग फड़े नहीं जाने है। क्यों करके ये पंजाब सरकार का भी हाथ है, सिद्धू के कतल के सेंटर का भी हाथ है। तुहानू पता होगा शायद तुसी सारे बड़े जर्नलिस्ट हो, एक बहुत बड़ा जर्नलिस्ट सीगा जिहड़ा ऑक्सफोर्ड यूनिवर्सिटी तो पढ़िया होया सीगा, पढ़ के आया सीगा। वो एक बतौर जर्नलिस्ट बन के निकी लग्या होया सीगा बाहर के पेपर की। उन्होंने जो पता लग्या कि चिदंबरम मिनिस्टर ऑफ स्टेट फॉर सिक्योरिटी है राजीव गांधी के थले, उसने तफ्तीश करके साबित करता कि जिहड़ा कब्जा रूस का अफगानिस्तान से होया है, अफगानिस्तान तो रूस का असला कई हवाई जहाज़ों में आया जिहड़ा इस्तेमाल किया गया, जिहड़े काउंटर सिखां दे नाल ब्लैक कैट्स पैदा किए गए। सरकार ने जिहड़े साडे सिख मिलिटेंट्स के खिलाफ ब्लैक कैट्स किए गए सी, उन्हां दी ट्रेनिंग की गई बाबा बिरसा सिंह के डेरे दिल्ली। उन्होंने सिखाया गया कि किवें कपड़े पहनने हैं, किवें कछहरा पाउणा है, किवें पाठ करना है, किवें प्रसादा छकना है। सारा सिखां दा पहनना बनाना खाना पीना उन्होंने सिखाया गया। फिर उन्होंने छड्डिया गया। फिर वो घरां दे विच जाके रहंदे सीगे, सारी इन्फॉर्मेशन लैंदे सीगे ते साडे लोकां नूं साडे फ्रीडम फाइटर्स के नाल नफरत पाउण दे लई घर दियां बीबियां दे नाल भी माड़े तलकात रखण लग पे, जिहदे नाल पब्लिक नाराज होगी कि ये तो जिहड़े हैगे है खालिस्तानी, इन्हां दा कैरेक्टर ठीक नहीं है। इस तरह खालिस्तान के मूवमेंट इंडिया ने फेल की है। जिहड़ा जर्नलिस्ट सीगा वो सैर करन जा रहा सीगा ते उसनूं मरवाया गया सी। मैं पिट के हट गया। सारे जितनी भी जर्नलिस्ट या बॉडीज हैगी है, उसका नाम सी भगत, ऑक्सफोर्ड यूनिवर्सिटी का पढ़िया होया सीगा। उसनूं सेंटर की एजेंसी ने मरवा दिता सी। जिहड़ी साडी रॉ सीक्रेट एजेंसी है, ये कोले मिलिटरी दस्ते भी हैगे है जिहड़े रिक्रूट होंदे है तिब्बतियां दे नाल। तिब्बतियां नूं रिक्रूट किया जाता है ते इहो जिहे कराउणे है, तुहाडा मिलिटरी विंग होना चाहिए।
सो ये सारी चीज हैगी है जिहड़ा जर्नलिस्ट दा ते मूसेवाल ते सिद्धू के कतल हुए है। साडी अंदाज सारे बंदी सिखा ने की, हवाला साहब ने, तारा ने, भोला साहब ने, सारे ने की है। जिहड़े सिख छुप के आए है, जिहड़े फौजी है धर्मी, उन्होंने का मैं बहुत ऋणी है। ते असीं कहते हैं कि जिवें राजीव गांधी का काम सुप्रीम कोर्ट ने हुण छड्डता है, ये सिख 30 साल जेल दे विच रह के आए है ते इन्हां दी रिहाई एकदम होनी चाहिए है। ये एक इंटरनेशनल सवाल सिखां दे विच पैदा हो गया है कि जे राजीव गांधी के कातल की रिहाई हो सकती है, फिर सिखां ने जिन्हों ने कोई जोड़ नहीं किया उन्होंने रिहाई क्यों नहीं हो सकती है। ये एक बहुत बड़ा सवाल है, एक पाणियां दा कि ये मिनोरिटी का सूबा ਇਹਦਾ बगैर कॉन्स्टिट्यूशनल तरीके तो इन्हों का पानी लिया जाए, इन्हों के बंदी बंद किए जान 30 साल, जिहड़ा कोई कानून नहीं है। हुण जिहड़ा मैं बहुत रौला पाया सीगा, एक जिहड़ा आदिवासी सी फादर स्टेट स्वामी, वो ईसाइयां का प्रचार करता सी कबीलियां दे विच, आदिवासियों दे विच फड़ लिया सी, उसनूं दवाई बूटी नहीं दिती, वो जेल दे विच मारिया गया सीगा। ते हुण कबीलियां दी प्रेजिडेंट शायद साडी अगली मैं उसनूं लिखिया है कि जिहड़ी कबीली है, उदों ये सारे लोग तितर बितर हो गए सीगे, जिहड़े इत्थों दे असली वासी सी, ये सेंट्रल इंडिया के जंगलों के विच जाके रहन लग पे। ये आदिवासी लोग जंगलों च रहिंदे है, पर जिहड़े रिच ते अमीर बिजनेसमैन लाले साडे जंगलों के विच सोने बहुत है, सोना चांदी पानी लक्कड़ सारा कुछ वो पूरा उन्होंने खान बनाना चाहते हैं तो उन्होंने कटना चाहते हैं। तो गौरमेंट के उत्ते प्रेशर है कि ये आदिवासियों को बाहर कटो। आदिवासियों की और जंगल के नाल प्रेम करते हैं, उत्थों ही खाते पीते हैं, वही उन्होंने मजहब है। जी प्रकृति है उन्होंने मजहब प्रकृति है, नेचर है, उन्होंने हिंदू बनाना चाहते हैं, वो नहीं बनना चाहते। तो उन्होंने जंगलों चो खाली करने के लिए उन्होंने कहते हैं नक्सलाइट है, ये माओवादी है। माओवादी कह के नक्सलाइट कह के उन्होंने गोली मार देते हैं। वो कोई नक्सलाइट नहीं है, कोई माओवादी नहीं है। जिवें अपना स्टैंड स्वामी जी सीगे पादरी, वो बिल्कुल तुहाडे वर्गे बंदे है, पर उन्होंने कहते हैं नक्सलाइट है, माओवादी है, तो उन्होंने पैरामिलिटरी फोर्सेस मार देंगे हैं। हुण असीं समझते हैं कि जे प्रेजिडेंट एक कबीलन बन रही है तो एक काम एक खत्म होगा। मिजोरम के विच भी नागालैंड के विच भी जिहड़ी कबीली है उन्होंने गलत कह के सरकार बर्बा दी है। तो कश्मीर के विच बहुत जुल्म हो रहा है। एफस्पा जिहड़ा कानून है उहदे हेठ सिक्योरिटी फोर्सिस किसी को मार सकती है, किसी को हमला कर सकती है, किसी के नाल जबरदना कर सकती है, किसी को फड़ के 6-6 साल रख सकती है, पर वही FIR नहीं कटी जाती, वो खुली छुट्टी है सिक्योरिटी। हम मुसलमानों का साडे इंडिया के विच बहुत बुरा हाल है, जिथे
हुकूमत का दाव लगता है, इन्हां दीयां कॉलोनियां दे उत्ते बुलडोजर फेर दिंदे है, गरीबां दीयां बस्तियां दे उत्ते। मध्य प्रदेश च भी हो रहा है, हरियाणे च भी हो रहा है, दिल्ली च भी हो रहा है, यूपी च भी हो रहा है। और जिहड़े मुसलमानों ने प्रोटेस्ट किया कि मुहम्मद साहब की बेअदबी की है, और मिस शर्मा ने बीजेपी RSS की जिहड़ी मिलावट सीगी ਉਹਦੇ ਉੱਤੇ ਜਿਹੜੇ ਵੀ ਮੁਸਲਮਾਨਾਂ ਨੇ ਮੁਜ਼ਾਹਰੇ ਕੱਢੇ ਹੈ, ਉਹਨਾਂ ਦੇ ਵੀ ਘਰ ਬੁਲਡੋਜ਼ਰਾਂ ਨਾਲ ਢਾਏ ਗਏ ਹੈ। ਤੇ ਅਮਰੀਕਾ ਦਾ ਲਿਖਾਰੀਆਂ ਲਈ, ਤੁਹਾਡੇ ਫੋਟੋਗ੍ਰਾਫਰਸ ਦੇ ਲਈ ਸਭ ਤੋਂ ਵੱਡਾ ਤਕਮਾ ਪੁਲਿਟਜ਼ਰ ਪ੍ਰਾਈਜ਼, ਪੁਲਿਟਜ਼ਰ PULITZER, ਇਹਦਾ ਬਹੁਤ ਪ੍ਰੈਸਟੀਜ ਹੁੰਦਾ। एक सेमोर हर्ष सीगा लिखारी, जिन्हों पुलिटजर प्राइज मिलिया सी, उन्हें रिसर्च करके कहा सी कि जिहड़ा प्राइम मिनिस्टर तुहाडा इंडिया का मराठी देसाई ये CIA का एजेंट है, तो इन्ने $1000 CIA इनू हरेक साल दिंदी है। मराठी देसाई शिकागो अमेरिका गए, उन्होंने मुकदमा किया कि ये गलत सेमोर हर्ष ने किताब लिखी है, पर अदालत ने कहा बिल्कुल पतरा एदा जिहड़ा तेरे खिलाफ लिखा सच है, ते मराठी देसाई का मुकदमा फेल किया गया सी। हुण साडी कश्मीर की BP है, उसका नाम है सिन्हा मट्टू, वो फोटोग्राफर है, तुहाडे वर्गी जर्नलिस्ट है। उसनूं पहली बारी पुलिटजर प्राइज अमेरिका ने दिता है। सानूं फख्र होना चाहिए है कि साडे इंडिया के एक बीबी नौजवान नूं पुलिटजर प्राइज मिलिया है, पर वो पेरिस जा रही सी एक कॉन्फ्रेंस के लिए, उसनूं एयरपोर्ट तो अगे जान नहीं दिता कि तेरी जम्मू कश्मीर ने कहा कि इनू बाहर नहीं जान देना। ਇਹੋ ਜਿਹਾ ਜਿਹੜਾ ਜ਼ੁਲਮ ਮੁਸਲਮਾਨਾਂ ਦੇ ਉੱਤੇ ਹੋ ਰਿਹਾ ਹੈ, हजरत मोहम्मद साहब की बेइज्जती की गई है, सरकार ने माफ़ी नहीं मंगी है कि जबकि वो RSS ते BJP पार्टी की गलारन एक काम बहुत इंडिया की फॉरेन पॉलिसी को फसाऊगा। जिन्ना भी तेल अरब मुस्लिम कंट्रीज को आता है ਉਹਦੇ ਉੱਤੇ ਨਾਕੇ ਲੱਗ ਜਾਣਗੇ, ਫਿਰ ਅਸੀਂ ਤੇਲ ਪਿੱਛੋਂ ਪਛਤਾਵਾਂਗੇ। ਇਹ ਸੈਕੂਲਰ ਸਰਕਾਰ ਮੋਦੀ ਦੀ ਬਿਲਕੁਲ ਨਹੀਂ ਹੈ, ਇਹ ਹਿੰਦੂਤਵਾ ਦੀ ਸਰਕਾਰ ਹੈ ਤੇ ਇਹ ਹਿੰਦੂ ਰਾਸ਼ਟਰ ਇੱਥੇ ਕਾਇਮ ਕਰਨਾ ਚਾਹੁੰਦੀ ਹੈ, ਜਿਹਦੇ ਖਿਲਾਫ ਅਸੀਂ ਹੈਗੇ ਹੈ ਤੇ ਜਿਹਦੇ ਖਿਲਾਫ ਤੁਸੀਂ ਮੈਨੂੰ ਫਤਵਾ ਦਿੱਤਾ ਹੈ। ਕਿਉਂ ਕਰਕੇ ਬਹੁਤ ਵੱਡੀਆਂ ਪਾਰਟੀ ऑल इंडिया ऑल वर्ल्ड फेमस कांग्रेस पार्टी BJP RSS आम पार्टी बादल दल जो एक छोटे जे आदमी ने बाई इलैक्शन के विच हराता है, जबकि बाई इलैक्शन के विच सरकार कदे हार नहीं सकती है। ये जिहड़ा गुस्सा लोगों का वो निकी है, ये जिहड़ियां इंडिया दी पार्टीज है जिहड़ा इत्थों दी कॉन्स्टिट्यूशन तब्दील करना चाहती है ते इत्थे हिंदू राष्ट्र बनाना चाहती है। ते असी ये भी अपील करते हैं कि जिहड़े बंदी है कश्मीरी शबीर शाह ते असीम मलिक वो बिल्कुल इनोसेंट है, उन्होंने खिलाफ कोई इहो जी गल नहीं हुई। उन्होंने भी रिहा सिख कैदियों के नाल कर देना चाहिए। हुण एक परंपरा बनी है सिखा की कि जो गुरु हरगोबिंद साहब ग्वालियर की कैद दे विच सीगे, बादशाह जहांगीर ने हुक्म दिता कि 6वें पातशाह नूं रिहा किया जाए, पर 6वें पातशाह ने कहा मेरे नाल 52 हिंदू राजे कैद कट रहे हैं, जिन्ना चिर उन्हां दी रिहाई का ऑर्डर नहीं आता उन्ना चिर मैं रिहाई नहीं लेनी।
बादशाह जहांगीर ने कहा कि 52 ਦੇ 52 हिंदू राजे रिहा होणगे महाराज दे नाल। फिर जो कश्मीरी पंडितां दे जनेऊ जबरदस्ती औरंगजेब ला रहा सी, गुरु तेग बहादुर साहब जनेऊ नहीं सी पहनते, पहली पातशाही ने इनू खत्म करता सी। पर जिहड़ा जुलम पंडितां दे खिलाफ हो रहा सी, ਉਹਦੇ बदले गुरु तेग बहादुर साहब ने अपनी शहादत दी। पर अज हिंदुओं का राज है, तो हुण तुसीं दसो कि हिंदुओं का वतीरा सिखां दे नाल ओहो जिहा हैगा जिहड़ा साडे गुरुआं ने उन्हां दे लई कीता? बिल्कुल नहीं। साडी इह बिल्कुल साडे उत्ते दोष लाई जाते है, सारा कुछ लाई जाते है कि मान जीता है, ये तो भिंडरा वाली बात करता है, ये खालिस्तान पार्लियामेंट में करूंगा, ਇਹੋ ਜਿਹੇ ਟੈਲੀਵਿਜ਼ਨਾਂ ਦੇ ਉੱਤੇ ਗੱਲਾਂ ਹੋ ਰਹੀ ਹੈ। ਮੈਨੂੰ ਉਹਦੀ ਕੋਈ ਪਰਵਾਹ ਨਹੀਂ, ਪਰ ਮੈਂ ਪੁੱਛਦਾ ਜਦੋਂ ਗੁਰੂਆਂ ਨੇ ਤੁਹਾਡੇ ਲਈ ਜਾਨਾਂ ਦੇ ਦਿੱਤੀਆਂ, ਤੁਹਾਡੀ ਰਿਹਾਈ ਦੇ ਲਈ ਕਹਿਤਾ ਕਿ 52 ਹਿੰਦੂ ਰਾਜਿਆਂ ਨੂੰ ਛੱਡੋ, ਤੇ ਹੁਣ ਹਿੰਦੂਆਂ ਨੂੰ ਕੀ ਹੋ ਗਿਆ कि साडे नाल दुश्मनी पाई हुई है। 1947 गांधी नेहरू मन गए कि पंजाब के 2 हिस्से दिते जान, तो उदों क्यों सी ना कर सकते कि पंजाब के 2 हिस्से नहीं होंगे। सो मेरा मतलब है कि ये हिंदू को अपना रवैया हम चेंज करना पड़ेगा जे सिखां नूं नाल लैके चलना। जिहड़ी वध गिनती होती है वो घट गिनती नूं नाल लैके चलती है। जे वो कहे कि घट गिनती साडे नाल चले, फिर वो घट गिनती रहिंदी नहीं, वो वध गिनती हो जाती है। सो आ चीज़ां मैं कहनियां सी। तुहाडा बहुत बहुत शुक्रिया, बहुत तकड़ी तुहाडी प्रेस है। तो हुण मैं इनवाइट करदा कि जे तुसीं मैनूं सवाल पुछना तो पुछ सकदे हो। खान साहब पंजाब सरकार की वो मैरी जिवे चुटला खा के ना मोटे मार लग पी है, बात छुट्टी है, इस तरह मोटे मार रही है कि साडा नाम नहीं आया। पर उन्होंने क्या कराया है तो कि बच जाएंगे। ये रिपोर्ट बिल्कुल गलत दी है चीफ मिनिस्टर साहब ने, तो दी है जनाला साहब को, जिन्होंने कोई बरगाड़ी मोर्चे के दिलचस्पी भी नहीं, कुछ नहीं किया। देखो बादल का कख नहीं रहा। कैप्टन अमरिंदर सिंह ने गुटका साहब चक के सौ चक्की सी कि मैं सारे मुल्क फड़ लूंगा, नहीं किया। अज कैप्टन साहब का कख नहीं रहा। फिर कांग्रेस के चीफ मिनिस्टर साहब आए, उन्होंने कुछ नहीं किया। वो भी फिर मुलजम बन के ईडी के दफ्तर के किन्ने घंटे उन्होंने इंटरोगेशन की गई। हुण आम आदमी पार्टी को मैं बिल्कुल वार्न करदा कि जिहड़ा तुसीं नहीं कीता, इस करके तुसीं इलैक्शन संगरूर ते हारे हो। जिहड़ा कदे भी रूलिंग पार्टी बाई इलैक्शन नहीं हारती हुंदी, ते तुहाडा अंत आउण वाला हैगा। एक चड्डा साहब है जिहड़ा ये दिल्ली की हुकूमत तो नोटिस लैके पंजाब सरकार को चला रहा है। रोड कतल हो रहे हैं। एक कबड्डी का प्लेयर पाकिस्तान के विच भी मारिया गया है। ये सारिया चीज़ां एक खत्म होनियां चाहिए। लोगों को आराम के नाल आज़ादी के नाल सैर करने का मौका मिलना चाहिए। डर जिहड़ा सरकारां ने पैदा करता है, लॉ एंड ऑर्डर बिल्कुल खत्म हो चुके हैं। खान साहब एक खालिस्तान लिखण के नाम के उत्ते जो कुछ काम होंगे ने जां किसी कंध से लिख देंगे ने, पर्चे दर्ज हो जाते हैं। वो शिक्षा में तुसीं किवें लैंदे हो जी कि ये मामला जिहड़ा लोक सभा दे विच है, जिन्ने भी पर्चे होए हुण तक की वो रद्द नहीं होए? जो सुप्रीम कोर्ट ने कहता लिखती ऑर्डर देता कि खालिस्तान की तुसीं गल कर सकते हो, खालिस्तान की कॉन्फ्रेंस कर सकते हो,
ਖਾਲਿਸਤਾਨ ਦਾ ਇਕੱਠ ਕਰ ਸਕਦੇ ਹੋ ਤੇ ਫਿਰ ਖਾਲਿਸਤਾਨ ਕਿਵੇਂ ਗਲਤ ਹੋ ਸਕਦਾ ਹੈਗਾ। ਜਿੰਨਾ ਚਿਰ ਆਪਾਂ ਕਿਸੇ ਨੂੰ ਭੜਕਾਈਏ ਨਾ, ਕਿਸੇ ਨੂੰ ਐ ਨਾ ਕਹੀਏ ਕਿ ਤੁਸੀਂ ਐ ਕਰ ਦੋ, ਗੋਲੀ ਮਾਰ ਦੋ, ਬਰੂਦ ਮਾਰ ਦੋ, ਉਹਨਾਂ ਚਿਰ ਖਾਲਿਸਤਾਨ ਦੀ ਕਾਨਫਰੰਸ ਗੱਲ ਕਰਨਾ ਬਿਲਕੁਲ ਜਾਇਜ਼ ਹੈ ਤੇ ਆਪਾਂ ਕਰ ਸਕਦੇ ਹਾਂ ਕਨਸਟੀਟਿਊਸ਼ਨਲੀ ਤੇ ਸੁਪਰੀਮ ਕੋਰਟ ਦੇ ਆਰਡਰ ਦੇ ਤਹਿਤ। ਜੇ ਤੁਹਾਡੇ ਕੋਲ ਆਰਡਰ ਨਹੀਂ ਹੈ, ਅਸੀਂ ਅੱਜ ਤੁਹਾਡੇ ਕੋਲ ਸਾਰਿਆਂ ਕੋਲ ਪਹੁੰਚਾ ਸਕਦੇ ਤੁਹਾਡੀ ਪਾਰਟੀ ਨਾਲ ਸੰਬੰਧ ਨੌਜਵਾਨਾਂ ਨੂੰ ਪੁੱਛੀ ਗਈ ਸੀ ਅਤੇ ਫਿਰ ਉਹਨਾਂ ਦੀ ਦਵਾਈ ਨਹੀਂ ਪ੍ਰੈਸ ਦਾ ਵੀ ਇਹ ਹੈਗਾ ਕਿ ਪ੍ਰੈਸ ਵੀ ਦੱਸੇ ਕਿ ਇਹ ਜੁਰਮ ਨਹੀਂ ਬਣਦਾ। ਪ੍ਰੈਸ ਦਾ ਪੰਜਾਬ ਦਾ ਇਤਿਹਾਸ ਹੈ ਕਿ ਸ਼੍ਰੋਮਣੀ ਪੰਜਾਬ ਦਾ ਇਤਿਹਾਸ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਹੈ, ਚਾਹੇ ਉਹ 20 ਹੈ ਜਾਂ 15 ਹੈ, ਦੂਜੇ ਮਤਲਬ ਕਿ ਥੱਲੇ ਚਲੇ ਜਾਂਦੇ ਹੁਣ ਤੁਹਾਨੂੰ ਲੋਕਾਂ ਨੇ ਬਾਬਰ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਹੁਣ ਮੇਨ ਹੋ ਗਿਆ ਤਾਂ ਹੁਣ ਸ਼੍ਰੋਮਣੀ ਕਮੇਟੀ ਬਾਰੇ ਕੀ ਕਹਿਣਾ। ਹੁਣ ਅਕਾਲੀ ਦਲ ਇੱਥੇ ਬੈਠਾ ਤੁਹਾਡੇ ਕੋਲ ਤੇ 11 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨਸ ਨਹੀਂ ਹੋਏ, ਜਿਹਦਾ ਇਹ ਜਮਹੂਰੀਅਤ ਤੌਰ ਤੇ ਸਾਡੇ ਸਿੱਖਾਂ ਦਾ ਹੱਕ ਡੈਮੋਕ੍ਰੇਸੀ ਤੋਂ ਲਿਆ ਗਿਆ। ਅਸੀਂ ਇਹਨੂੰ ਵਾਪਸ ਕਰਾਵਾਂਗੇ। ਅਸੀਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਵੀ ਲਿਖਦਾ ਹੈ ਕਿ ਸਿੱਖਾਂ ਦਾ ਜਿਹੜਾ ਜਮਹੂਰੀਅਤ ਹੱਕ ਹੈ ਉਹ ਹਿੰਦੂਤਵਾ ਨੇ ਲੈ ਲਿਆ। 11 ਸਾਲ ਤੋਂ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਹੋ ਰਹੇ ਤੇ ਦੇਖੋ ਬਾਅਦ ਦੀਆਂ ਸਰਕਾਰਾਂ ਕਿੰਨੀਆਂ ਸੈਂਸਿਟਿਵ ਹੈਗੀਆਂ ਸਿੱਖਾਂ ਦੇ। ਕੈਨੇਡਾ ਨੇ ਪਰਸੋਂ ਆਰਡਰ ਕੀਤਾ ਸੀਗਾ ਕਿ ਜਿਨ੍ਹਾਂ ਦੇ ਦਾੜੀਆਂ ਹੈਗੀਆਂ ਉਹ ਸਿਕਿਉਰਿਟੀ ਦੇ ਵਿੱਚ ਨਹੀਂ ਲੱਗ ਸਕਦੇ, ਜੋ ਕਰਕੇ ਉਹਨਾਂ ਦੇ ਮਾਸਕ ਨਹੀਂ ਇਹ ਹੋ ਸਕਦੇ। ਅੱਜ ਕੈਨੇਡਾ ਨੇ ਉਹ ਆਰਡਰ ਵਾਪਸ ਲੈ ਲਿਆ ਤੇ ਕੈਨੇਡਾ ਨੇ ਕਿਹਾ ਕਿ ਸਿੱਖ ਆਪਣਾ ਮਾਸਕ ਪਹਿਨ ਕੇ ਡਿਊਟੀ ਤੇ ਜਾ ਸਕਦੇ ਆ। ਇਹ ਸਿਰਫ ਇੰਡੀਆ ਨੂੰ ਤਕਲੀਫ ਹੈ ਕਿ ਸਿੱਖਾਂ ਨੂੰ ਆਰਾਮ ਦੇ ਨਾਲ ਉਹਨਾਂ ਦੇ ਬਜਟ ਦੇ ਵਿੱਚ ਨਹੀਂ ਰਹਿਣ ਦੇਣਾ। ਇਹਨਾਂ ਨੂੰ ਚੇਤਾ ਚੁੱਕਾ ਭੁੱਲ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਇਹਨਾਂ ਦੇ ਲਈ। ਮਾਨ ਸਾਹਿਬ ਪੰਜਾਬ ਸਰਕਾਰ 170 ਪੋਸਟਾਂ ਨੂੰ ਲੈ ਕੇ ਡਾਕਟਰ ਅੰਬੇਦਕਰ ਮਹਾਸੰਘ ਦੇ ਪੰਜਾਬ ਪ੍ਰਧਾਨ ਜਤਿੰਦਰ ਸਿੰਘ ਬੱਟੂ ਨੇ ਪੰਜਾਬ ਸਰਕਾਰ ਘੇਰੀ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਸਾਹਿਬ ਨੇ ਰਿਐਕਟ ਕਰਕੇ ਜਿਹੜੀ ਸਾਡੇ ਗਰੀਬ ਆਦਮੀ ਹੈ ਉਹਨਾਂ ਦੀ ਗੱਲ ਕਦੇ ਪ੍ਰੈਸ ਕਾਨਫਰੰਸ ਹੁੰਦੀ ਨਹੀਂ ਹੈ। ਹੁਣ ਜਿਹੜੇ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਇੱਕ ਕਮਰਾ ਉਹਦੇ ਵਿੱਚ ਮੀਆਂ ਬੀਬੀ ਸੌਂਦੇ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਮੁੰਡਾ ਉਹਨਾਂ ਦੀ ਨੂੰਹ ਸੌਂਦੀ ਹੈ, ਜੇ ਧੀ ਤੇ ਜਵਾਈ ਆਵੇ ਉਹ ਵੀ ਉਸੇ ਕਮਰੇ 'ਚ ਸੌਂਦਾ ਹੈ। ਜਦੋਂ ਸਰਦੀ ਦੀ ਠੰਡ ਪੈਣੀ ਸੀਤਲ ਫਿਰ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ ਦੇ ਵਿੱਚ ਰਹਿੰਦਾ। 75 ਸਾਲ ਹੋ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ। ਇੰਦਰਾ ਗਾਂਧੀ ਨੇ ਨਾਰਾ ਦਿੱਤਾ ਸੀਗਾ ਰੋਟੀ ਕੱਪੜਾ ਮਕਾਨ। ਮੈਨੂੰ ਦੱਸੋ ਕਿ ਇਹ ਸਾਡੇ ਰੰਗਰੇਟੇ ਸਿੱਖਾਂ ਦਾ ਜੀਵਨ ਇਹੋ ਜਿਹਾ ਕਿਉਂ ਅੱਜ ਤੱਕ ਮਾੜਾ ਹੈ ਤੇ ਕਿਸੇ ਸਰਕਾਰ ਨੇ ਇਹਦੇ ਪਾਸੇ ਦੇਖਿਆ ਨਹੀਂ, ਨਾ ਕਿਸੇ ਪ੍ਰੈਸ ਨੇ ਤਫਤੀਸ਼ ਕੀਤੀ ਹੈ ਕਿ ਇਹ ਕਿਵੇਂ ਰਹਿੰਦੇ ਹੈ ਸਾਡੇ ਰੰਗਰੇਟੇ ਸਿੱਖ ਪਿੰਡਾਂ ਦੇ ਵਿੱਚ। ਇਹਦੀ ਕਹਾਣੀ ਅਜੇ ਤੱਕ ਪ੍ਰਕਾਸ਼ ਨਹੀਂ ਹੋਈ ਕਿਉਂ ਕਰਕੇ ਇਹ ਜਿਹੜੀ ਹਕੂਮਤ ਹੈ, ਜਿਹੜੀ ਪ੍ਰੈਸ ਹੈ, ਇਹ ਬ੍ਰਾਹਮਣਵਾਦ ਦੇ ਹੱਥ ਦੇ ਵਿੱਚ ਹੈ ਤੇ ਮਾਈਨੋਰਿਟੀਜ਼ ਨੂੰ ਤੇ ਘੱਟ ਗਿਣਤੀਆਂ ਨੂੰ ਤੇ ਰੰਗਰੇਟਿਆਂ ਨੂੰ ਇਹ ਆਪਣੇ ਨਕਸ਼ੇ ਚੋਂ ਬਾਹਰ ਕੱਢ ਕੇ ਰੱਖਦੀ ਹੈ। ਪ੍ਰਧਾਨ ਮੇਰੇ ਦੂਸਰਾ ਹੈ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਗੱਲ ਇਹਦੇ ਨਾਲ ਹੀ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਜਿਹੜਾ ਬਰਗਾੜੀ ਵਾਲਾ ਮੋਰਚਾ ਉਹ ਬਹੁਤ ਦਿਖਾ ਦਿੱਤਾ ਜਾਊਗਾ। ਬਰਗਾੜੀ ਦਾ ਮੋਰਚਾ 362 ਦਿਨਾਂ ਤੇ ਚੱਲ ਰਿਹਾ ਹੈ। ਇਹ ਬਹੁਤ ਜ਼ਿਆਦਾ ਤਿੱਖਾ ਹੋ ਜਾਣਾ ਹੈ ਤੇ ਜੇ ਮੈਂ ਪਾਰਲੀਮੈਂਟ ਦੇ ਵਿੱਚ SCPC ਦੀ ਗੱਲ ਨਾ ਕੀਤੀ ਮੇਰੀ ਵੋਟਰਾਂ ਨੇ ਮੈਨੂੰ ਵਾਪਸ ਬੁਲਾ ਲੈਣਾ। ਸੋ ਮੈਂ ਆਪਣੀ
ਸੇਫਟੀ ਦੇ ਲਈ, ਬਚਾਓ ਦੇ ਲਈ ਉਹਨੂੰ ਕਰੂੰਗਾ। You have objection to migrant industrial workers. Who clarifies this? I have an objection because they go on cheap labor. I am not firstly against migrant laborers. I like them. They work for us in the fields, but they don't get the money a Punjabi worker gets. That is the discrimination, and that is why Punjabi workers should not be ousted out of the labor class, and they should be paid more according to their standard of living, like you and I live. But all of you welcome करने भी अच्छे आ सकते हो क्या उधर भी सामान देता है? नहीं, I am not against anybody. No. वो तो साढ़े रब ने इसी कहना लूट करते ने माहौल खराब करते ने की करते हैं, लूट करते ने तो माहौल खराब हो जाता है। लुट नहीं कहते करते, वो गरीब आदमी है रिसोर्सिस ही लूट जो जाते हैं, तो बाइसिकल लेके जाते हैं, मशीना लेके जाते हैं। हमेशा पंजाब का वो बहुत अच्छा उत्थे जाके प्रचार करते हैं। मैं उन्होंने कोई 5 साल जेल के विच रहा है, मेरी बहुत इज्जत करते सी, मैनू कहते सी मान बाबू। बिहार के विच सरदार नूं बाबू कहा जाता है, तो मेरे नाल उन्हां दा बहुत अच्छा रसूख सीगा। तो मैं भी तुहानूं सारे नूं कहना कि जिहड़ा भी लेबर खेतीबाड़ी के विच आउंदा है, ਉਹਦੀ पूरी सेवा होनी चाहिए है, उन्हें खाना अच्छा मिलना चाहिए है, सौन में अच्छी जगह मिलनी चाहिए है, तो उसनों गैर मनुख नहीं समझना चाहिए। ਉਹਦੀ ਉਹ ਜਿਹੜਾ ਤੁਹਾਡੀ सेवा करता है ਉਹਦੇ ਨਾਲ ਅਸੀਂ ਬਣਦੇ ਹਾਂ, ਤੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ। पर मैं पंजाबी लेबर की गल की है कि इन्हों की सैलरी, इन्हों की दिहाड़ी ज्यादा बढ़नी चाहिए है, जिन्हें थोड़ी तो मेरी हैगी है। No, I am against forests being turned into industrial parks. I've been on the 10th I'm attending a meeting called by that committee. I'm very against pollution, in favor of environment. एंड जो बुढ़ा नाला है अभी तक सरकार ने बंद क्यों नहीं किया, क्योंकि सारिया दिल्ली तो सरकार जो मैं शुरू से है इतने बनदी आ रही है, तो पंजाब की नुमाइंदगी कदे भी पंजाब की सरकार के नहीं हुई। सर ਅਸੀਂ ਹਾਊਸ ਵਿੱਚ ਜਾਓਗੇ ਕਿਉਂਕਿ ਪਹਿਲਾਂ ਜਿੱਦਾਂ ਦੱਸਦੇ ਅਸੀਂ ਆਰਕਾਈਵਸ ਪੜ੍ਹਦੇ ਹਾਂ, ਯੂ ਕੁਡਨਟ ਯੂ ਡਿਡ ਨਾਟ ਐਂਟਰ ਦਾ ਹਾਊਸ, ਇਸ ਵਾਰ ਤੁਸੀਂ ਕਿੱਦਾਂ ਉਹਨੂੰ देखो ये मेरा कसूर नहीं, जी कॉन्स्टिट्यूशन है मेरी सलवार जी कॉन्स्टिट्यूशन है वो कहती है आर्टिकल 25 that the same can wear his turban and carry his turban. Now you let me know why the majority forces of Rajya Sabha would carry out their constitutional duties and allow me to carry my turban inside the house. It's not my fault, it's the fault of the majority representatives in parliament, their own constitution, and disallow a Sikh to carry out his constitutional right. It's not my fault. Are you confident that they'll allow you, this type of stuff? You know better than mine. You tell me before that, and mine follow that. Find out from the hardcore people. उन्होंने पूछो ਜਿਹੜੇ ਵੱਡੇ ਵੱਡੇ ਹਿੰਦੂ ਰਾਸ਼ਟਰ ਦੇ ਹੈਗੇ ਕਿ ਐਤਕੀ ਪਾਣ ਨੂੰ ਪਾਣ ਉਹਦਾ ਕਨਸਟੀਟਿਊਸ਼ਨਲ ਹੱਕ ਉਸ ਨੂੰ ਦਬਾਉਂਗੇ ਨਹੀਂ ਦਬਾਉਂਗੇ। मेरा कसूर नहीं है। खालिस्तान की पार्लियामेंट हो गए तो पार्लियामेंट खालिस्तान के गोदी वाला नहीं होना चाहिए अंदर, जिन्हें सुनत की है वो नहीं अंदर होना चाहिए। यही मेरा मतलब है, ये तो जास्ती है। राष्ट्रपति चुनना ये ਉਹਦੇ ਬਾਰੇ ਸਾਡੀ ਮੀਟਿੰਗ ਹੋਈ ਸੀਗੀ ਤੇ ਅਸੀਂ ਫੈਸਲਾ ਕਰ ਰਹੇ ਹਾਂ ਕਿ ਵੋਟ ਕਿੱਥੇ ਪਾਉਣੀ ਹੈਗੀ ਹੈ। ਇਹ ਬੰਦੀਆਂ ਦੇ ਹੱਕ ਸਭ ਤੋਂ ਪ੍ਰਮੁੱਖ ਹਨ ਕਿ ਬੰਦੀਆਂ ਨੂੰ ਛੱਡਿਆ ਜਾਵੇ, ਕਸ਼ਮੀਰੀ ਬੰਦੀਆਂ ਨੂੰ ਵੀ ਜਿਨ੍ਹਾਂ ਦੇ ਮੈਂ ਨਾਲ ਹੋਏ ਹੈ, ਤੇ ਜਿਹੜੇ ਸਾਡੇ ਸਿੱਖ ਬੰਦੀ ਹੈ ਉਹਨਾਂ ਨੂੰ ਵੀ ਛੱਡਿਆ ਜਾਵੇ।
ਮਾਨ ਸਾਹਿਬ ਜੀ ਇਹਨਾਂ ਸਾਰਿਆਂ ਨੂੰ ਛੱਡਣ ਦੇ ਮੰਨ ਲਓ ਤੁਹਾਨੂੰ ਉੱਪਰੋਂ ਭਰੋਸਾ ਮਿਲਦਾ ਹੈ ਤਾਂ ਫਿਰ ਕੀ ਤੁਸੀਂ ਰਾਸ਼ਟਰਪਤੀ ਲਈ ਉਹਨਾਂ ਨੂੰ ਵੋਟ ਪਾਓਗੇ ਦ੍ਰੋਪਦੀ ਮੁਰਮੂ? ਤੁਸੀਂ ਕੀ ਸ਼ਾਇਦ, ਮੈਂ ਕਹਿੰਦਾ ਸ਼ਾਇਦ। ਮਾਨ ਸਾਹਿਬ ਦੇ ਵਿੱਚ ਮਾਨ ਸਾਹਿਬ ਅੱਜ ਭਗਵੰਤ ਮਾਨ ਦਾ ਵਿਆਹ ਹੋ ਰਿਹਾ, ਕੋਈ ਸੁਨੇਹਾ ਆਪਣੇ ਸਾਨੂੰ ਬਹੁਤ ਖੁਸ਼ੀ ਹੈ ਵੀ ਭਗਵੰਤ ਜੀ ਦਾ ਵਿਆਹ ਹੋ ਰਿਹਾ ਹੈ। ਜਿਹੜੇ ਸਾਡੇ ਸਾਬਕਾ ਚੀਫ ਮਿਨਿਸਟਰ ਰਹੇ ਹੈ ਉਹ ਵਿਆਹ ਤੋਂ ਬਗੈਰ ਵੀ ਰਹਿੰਦੇ ਰਹੇ ਹੈ ਤੇ ਇੱਕ ਚੀਫ ਮਿਨਿਸਟਰ ਸਾਹਿਬ ਨੂੰ ਇੰਨੀ ਖੂਬਸੂਰਤ MLA ਸੀਗੀ ਜਿਹਦੇ ਤੇ ਰੋਪੜ ਜਿਹੜਾ ਇਤਿਹਾਸਕ ਸ਼ਹਿਰ ਹੈ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਸੰਧੀ ਹੋਈ ਸੀਗੀ, ਰੋਪੜ ਦਾ ਨਾਮ ਤਬਦੀਲ ਕਰਕੇ ਉਹਦਾ ਨਾਮ ਰੂਪਨਗਰ ਰੱਖ ਦਿੱਤਾ। ਉਹ ਜਿਹਦੇ ਨਾਲ ਚੀਫ ਮਿਨਿਸਟਰ ਸਾਹਿਬ ਮੁਹੱਬਤ ਕਰਦੇ ਸੀਗੇ। ਹੁਣ ਜਦੋਂ ਵੀ ਤੁਸੀਂ ਰੋਪੜ ਜਾਓਗੇ, ਰੂਪਨਗਰ ਸੁਣੋਗੇ ਤੇ ਤੁਹਾਨੂੰ ਚੇਤਾ ਹੈ ਕਿ ਸਾਡੇ ਚੀਫ ਮਿਨਿਸਟਰ ਸਾਹਿਬ ਹੈ। ਚੀਫ ਮਿਨਿਸਟਰ ਸਾਹਿਬ ਉਹ ਵਿਆਹੇ ਹੋਏ, ਉਹ ਵੀ ਇੱਕ ਬੀਬੀ ਨਾਲ ਰਹਿੰਦੇ ਸੀਗੇ। ਸ਼ੁਕਰ ਹੈ ਕਿ ਸਾਡੇ ਮੌਜੂਦਾ CM ਸਾਹਿਬ ਗ੍ਰਿਸ਼ਟ ਦੇ ਵਿੱਚ ਪਲਾਨ ਪੁੱਟਣ ਲੱਗੇ ਹੈ ਤੇ ਇੱਧਰ ਉੱਧਰ ਹੁਣ ਨਹੀਂ ਦੇਖਣਗੇ, ਆਪਣੇ ਵਿਆਹ ਦੇ ਉੱਤੇ ਸਾਰੀ ਨਜ਼ਰ ਰੱਖਣਗੇ ਤੇ ਜਿੰਨੇ ਵੀ ਸੰਤ ਮਹਾਤਮਾ ਸਿੱਖਾਂ ਦੀ ਪਰੰਪਰਾ ਹੈ, ਸਾਨੂੰ ਹੁਕਮ ਹੈ ਅਸੀਂ ਗ੍ਰਿਸ਼ਟ ਦੇ ਵਿੱਚ ਰਹਿਣਾ, ਪਰ ਸਾਡੇ ਸੰਤ ਮਹਾਤਮਾ ਵੀ ਕਈ ਹੈਗੇ ਜਿਹੜੇ ਗ੍ਰਿਸ਼ਟ ਦੇ ਵਿੱਚ ਨਹੀਂ ਰਹਿੰਦੇ। ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਤੁਸੀਂ ਇੱਧਰ ਉੱਧਰ ਨਾ ਦੇਖੋ, ਤੁਸੀਂ ਗ੍ਰਿਸ਼ਤੀ ਜਿਵੇਂ ਚੀਫ ਮਿਨਿਸਟਰ ਸਾਹਿਬ ਇਹ ਬਣ ਰਹੇ ਹੈ ਉਸ ਤਰ੍ਹਾਂ ਬਣ ਜਾਓ। ਮਾਨ ਸਾਹਿਬ ਜੇਲ੍ਹਾਂ ਦੇ ਵਿੱਚ ਸਿੱਖ ਕੈਦੀ ਦੇ ਬਾਹਰ ਕੱਟਿਆ ਜਾਂਦਾ, ਪਰਿਵਾਰ ਨੇ ਤੁਹਾਡੇ ਤੱਕ ਪਹੁੰਚ ਕੀਤੀ ਸੀ, ਤੁਸੀਂ ਅੱਜ SSP ਸਾਹਿਬ ਨੇ ਬੁਲਾਇਆ ਸੀ, ਕੀ ਇਸ ਮਾਮਲੇ ਦੇ ਉਹ ਐਕਸ਼ਨ ਲੈ ਰਹੇ ਹੈ ਜੀ ਕਿ ਇਹ ਜੇਲ੍ਹ ਸੁਪਰਡੈਂਟ ਨੇ ਤਫਤੀਸ਼ ਕੀਤੀ ਹੈ, ਹੁਣ ਪੁਲਿਸ ਵੀ ਕਰੂਗੀ ਤੇ ਜਿਹੜਾ ਦੋਸ਼ੀ ਹੋਊਗਾ ਉਸ ਨੂੰ ਸਜ਼ਾ ਮਿਲੂਗੀ। ਅੱਜ ਮੈਂ ਮੌਤ ਦੀ ਵੀ ਗੱਲ ਕੀਤੀ, ਬਹੁਤ ਪੁਰਾਣਾ ਕੇਸ ਹੈ ਤੇ SSP ਸਾਹਿਬ ਨੇ ਮੈਨੂੰ ਦੱਸਿਆ ਕਿ 3 ਬੰਦੇ ਨਾਮਜ਼ਦ ਹੋ ਗਏ ਹੈ, ਉਹਨਾਂ ਨੂੰ PO ਡਿਕਲੇਅਰ ਕੀਤਾ ਗਿਆ ਹੈ, ਉਹਨਾਂ ਦੀ ਤਲਾਸ਼ ਹੋ ਰਹੀ ਹੈ ਤੇ ਅਸੀਂ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਦੀ ਤਲਾਸ਼ ਹੋਰ ਡਬਲ ਕਰ ਦਿੰਦੇ ਹਾਂ ਤੇ ਮੌਤ ਦਾ ਕੇਸ ਵੀ ਅਸੀਂ ਚਲਾਨ ਭਰ ਦੇਵਾਂਗੇ। ਮਮਤਾਨ ਦੀ ਗੱਲ ਕਰ ਰਹੇ ਹਾਂ। ਹਾਂ ਮਾਨ ਸਾਹਿਬ ਭਿਆਨਕ ਸੀਗਾ, ਬੱਚੇ ਗਰੀਬ ਮਾਰੇ ਗਏ ਸੀ। ਮਾਨ ਸਾਹਿਬ ਇਹ ਚੀਜ਼ਾਂ ਤੇ ਨਿਗਾਹ। ਹਾਂ ਮਾਨ ਸਾਹਿਬ ਕਈ ਪਿੰਡਾਂ ਦੇ ਪੰਜਾਬ ਦੇ ਕਈ ਪਿੰਡਾਂ ਵਿੱਚ ਵੀ ਜ਼ਿਮੀਂਦਾਰਾਂ ਵੱਲੋਂ ਗਰੀਬ ਵਰਗ ਦੇ ਖਿਲਾਫ ਮਤੇ ਪਾਏ ਜਾਂਦੇ, ਕਿਵੇਂ ਦੇਖਦੇ ਹੋ? ਮੈਂ ਤਾਂ ਨਹੀਂ ਦੇਖਿਆ ਕੋਈ ਮਤਾ ਗਰੀਬਾਂ ਦੇ ਖਿਲਾਫ ਪਾਇਆ ਗਿਆ, ਜੇ ਪਾਇਆ ਗਿਆ ਤੇ ਉਹ ਰੱਦ ਹੋਣਾ ਚਾਹੀਦਾ। ਕਿਉਂ ਹੋਣਾ ਚਾਹੀਦਾ ਗਰੀਬਾਂ ਦੇ ਖਿਲਾਫ ਜਦੋਂ ਉਹਨਾਂ ਦੇ ਕੋਲ ਰਹਿਣ ਨੂੰ ਤਾਂ ਜਗ੍ਹਾ ਹੈ ਨਹੀਂ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ। ਇਹ ਜ਼ਿਮੀਂਦਾਰਾਂ ਦਾ ਫਰਜ਼ ਨਹੀਂ ਕਿ ਦੇਖਣਾ ਚਾਹੀਏ ਉਹਨਾਂ ਦੇ ਘਰ ਵੀ ਠੀਕ ਹੋਣ, ਸਾਰਾ ਕੁਝ ਹੋ ਰਿਹਾ ਜੇ ਉਹਨਾਂ ਦੀ ਨੂੰਹ ਤੇ ਮੁੰਡਾ ਵੀ ਨਾ ਵਿੱਚ ਪਵੇ ਤੇ ਜਵਾਈ ਤੇ ਧੀ ਵੀ ਨਾ ਪਏ ਤੇ ਡੰਗਰ ਬੱਚਾ ਵੀ ਨਾ ਇੱਕ ਕਮਰੇ 'ਚ ਪਏ। ਠੀਕ ਹੈ, ਜਿਹੜੇ ਵੀ ਅਮੀਰ ਆਦਮੀ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਗੁਆਂਢੀ ਗਰੀਬ ਦਾ ਖਿਆਲ ਰੱਖਿਆ ਕਰਨ। ਇਹ ਸਾਡੀ ਸਿੱਖੀ ਦਾ ਹੈਗਾ ਤੇ ਇਹਨਾਂ ਨੂੰ ਸਿੱਖੀ ਦੇ ਵਿੱਚ ਰਹਿ ਕੇ ਉਹ ਗਰੀਬਾਂ ਦਾ ਫਾਇਦਾ ਕਰਨਾ ਚਾਹੀਦਾ ਹੈ, ਜੋ ਕਰਕੇ ਉਹ ਗਰੀਬ ਆਦਮੀ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਨਹੀਂ ਖੋਰੇ, ਉਹ ਸ਼ਾਮਲਾਟ ਦਾ ਜਿਹੜੀ ਸਰਪਲਸ ਹੈ ਉਹਦੇ ਉੱਤੇ ਨਿਗਾਹ ਰੱਖ ਰਹੇ ਹੈ ਤੇ ਜਦੋਂ ਬੋਲੀ ਹੁੰਦੀ ਹੈ ਉਦੋਂ ਵੀ ਸਾਡੀ ਜ਼ਮੀਂਦਾਰਾਂ ਨੂੰ ਡਮੀ ਬੋਲੀ ਨਹੀਂ ਦੇਣੀ ਚਾਹੀਦੀ ਕਿ ਇੱਕ ਰੇਟਾ ਸਿੰਘ ਆਪਣਾ ਖੜਾ ਕਰਕੇ ਉਹਦੇ ਤੋਂ ਬੋਲੀ ਦਵਾ ਕੇ ਤੇ ਉਹਦੇ ਤੇ ਖੇਤੀ ਆਪ ਖੁਦ ਕਰਨ। ਠੀਕ ਹੈ, ਇਹ ਸਾਡਾ ਸਿੱਖ ਦਾ ਅਸੂਲ ਹੈ ਕਿ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ। ਮੈਂ ਪਰਦਾ ਫਾਸ਼ ਕਰਨਾ ਤੁਹਾਡੇ ਸਾਹਮਣੇ, ਤੁਹਾਨੂੰ ਵੀ ਨਹੀਂ ਪਤਾ ਕਿ ਉਹ ਕਿਵੇਂ ਰਹਿੰਦੇ ਹੈ। ਇਹਦੀ ਤੁਸੀਂ ਤਫਤੀਸ਼ ਕਰੋ, ਆਰਟੀਕਲ ਲਿਖੋ, ਲੋਕਾਂ ਨੂੰ ਦੱਸੋ ਕਿ ਆਹ ਜੀਵਨ ਹੈ 75 ਸਾਲ ਜਦ ਤੁਸੀਂ ਕਹਿੰਦੇ ਹੋ ਸਾਨੂੰ ਆਜ਼ਾਦ ਕੀਤਾ ਗਿਆ। ਸਵਾਲ ਸਾਡੇ ਕੋਲ ਮਾਨ ਸਾਹਿਬ ਬੱਸਾਂ ਦੀ ਖੰਡਾਰ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ, ਕਿਸ ਤਰ੍ਹਾਂ ਦੇਖਦੇ? ਉਹ ਤਾਂ ਸਾਰਿਆਂ ਦੀ ਲਾ ਦਿੰਦੀ ਹੈ, ਲਾ ਦੇ
ਜਿਹੜੇ ਸਾਥ ਵੀ ਹੁੰਦੇ ਹੈ ਉਹਨਾਂ ਦੀਆਂ ਲੱਗਦੀਆਂ ਵੀ ਅਤੇ ਲੱਗਦੀਆਂ ਵੀ ਹੈ ਲੋਕ ਪਾਸੇ ਹੁੰਦਾ ਭਗਤ ਸਿੰਘ ਦੀਆਂ ਵੀ ਲਾ ਦਿੰਦੇ ਹੈ ਫਿਰ ਜਿਹੜਾ ਸੀਗਾ ਇਹ ਜਵਾਨ ਚਲੇ ਗਏ ਸੀਗਾ ਮੈਂ ਪਹਿਲਾਂ ਗੱਲ ਕੀਤੀ ਕਿ ਅਕਾਲੀ ਦਲ ਕੀ ਰਹਿੰਦਾ ਹੈ ਜਿਹੜੇ ਚੰਗੇ ਬਾਦਲ ਦਲ ਦੇ ਵਿੱਚ ਢੀਂਡਸਾ ਸਾਹਿਬ ਨਾਲ ਪਤਾ ਲੱਗਾ ਕਿ ਆगे ਕਰੀ ਬਣੇ ਹਾਂ ਅਸੀਂ ਕਮੇਟੀ ਬਣਾਈ ਜਿਹੜੀ ਸਕਰੀਨਿੰਗ ਕਰਕੇ ਉਹਨਾਂ ਨੂੰ मीटिंग करोगे कि वोट पानी चोन करनी एक और तक ਉਹੀ ਗੱਲ ਹੈ ਹੋਰ ਕੁਛ ਹੀ ਕਰਨਾ ਮੈਂ ਕੀ ਖਿਆਲ ਹੈ ਤੁਹਾਡਾ ਕੀ ਖਿਆਲ ਹੈ ਲਈ ਗਈ ਹੈ ਚੱਟਾ ਸਾਹਿਬ ਹੈਗੇ ਹੈ ਐਕਸਟਰਾ ਕਨਸਟੀਟਿਊਸ਼ਨਲ ਅਥਾਰਟੀ ਸਾਰਾ ਕੁਝ ਚੰਡੀਗੜ੍ਹ ਤੇ ਪੰਜਾਬ ਤੋਂ ਚਲਾ ਰਹੇ ਹੈਗੇ ਆ ਔਰ ਤੇ ਬੰਦੇ ਨੇ ਸ਼ਾਦੀ ਕਰਾਉਣੀ ਹੈ ਉਹ ਇੱਕ ਦੂਜੇ ਦੀ ਜਾਣਕਾਰੀ ਕਰ ਲੈਣ ਚੰਗੀ ਤਰ੍ਹਾਂ ਤੇ ਹੁਣ 3 ਮਹੀਨੇ ਤਾਂ ਉੱਧਰ ਲੱਗੇ ਪਏ ਹੈ ਤੇ ਪੰਜਾਬ ਨੂੰ ਟਾਈਮ ਕਿਹੜਾ ਦਊਗਾ ਠੀਕ ਹੈ ਸੋ ਇਹ ਵੀ ਇੱਕ ਕਮਜ਼ੋਰੀ ਹੈ ਪੰਜਾਬ ਦੀ ਕਿ ਪੰਜਾਬ ਦੇ ਕੰਮ ਨਹੀਂ ਹੋਏ ਕੋਈ ਵੀ ਪਾਣੀਆਂ ਦਾ ਮਸਲਾ ਹੈ ਹੁਣ ਪੰਜਾਬ ਦੀ ਸਰਕਾਰ 800 ਕਰੋੜ ਰੁਪਈਆ ਖਰਚ ਰਹੀ ਹੈ ਕਿ ਜਿਹੜੀ ਰਾਜਸਥਾਨ ਦੀ ਕਨੈਲ ਹੈ ਜਿਹਦੇ ਵਿੱਚੋਂ 3 ਦਰਿਆਵਾਂ ਦੇ ਪਾਣੀ ਜਾਂਦੇ ਹੈ ਸਤਲੁਜ ਬਿਆਸ ਤੇ ਰਾਵੀ ਦੇ ਭਰੀਆਂ ਜਾਂਦੀਆਂ ਇੱਕ ਬੂੰਦ ਪੰਜਾਬ ਦੀ ਨਹੀਂ ਹੈ ਇਹਨਾਂ 3 ਜਿਹੜੇ ਦਰਿਆਵਾਂ ਦੇ ਪਾਣੀ ਸਾਡੇ ਹੈ ਰਿਪੇਰੀਅਨ ਲਾਅ ਤੇ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਉਸ ਪਾਣੀ ਦੇ ਉੱਤੇ ਹੱਕ ਹੁੰਦਾ ਤੇ ਸਾਡੇ ਜਿੰਨੀਆਂ ਵੀ ਵਜ਼ਾਰਤਾਂ ਹੋਈਆਂ ਇਹ ਸੈਂਟਰ ਨੂੰ ਪਾਣੀ ਦੇ ਕੇ ਉਹਦੇ ਬਾਰੇ ਕਦੇ ਇਹਨਾਂ ਨੇ ਮੁਆਵਜ਼ਾ ਨਹੀਂ ਮੰਗਿਆ ਜਿਵੇਂ ਰਾਜਸਥਾਨ ਤੋਂ ਸਾਡੇ ਸੰਤ ਮਹਾਤਮਾ ਪੱਥਰ ਲਿਆਉਂਦੇ ਹੈ ਉਹਨਾਂ ਦੇ ਉੱਤੇ ਟੈਕਸ ਲੱਗਦਾ ਤਾਂ ਪੱਥਰ ਇੱਥੇ ਪੰਜਾਬ ਦੇ ਵਿੱਚ ਪਹੁੰਚਦਾ ਤੇ ਸਾਨੂੰ ਮਾਮਲਾ ਕਿਉਂ ਨਹੀਂ ਮਿਲਦਾ ਪਾਣੀ ਦਾ ਹੱਕ ਪੰਜਾਬ ਦਾ ਹੈਗਾ ਤੇ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਇਸ ਦੇ ਇਲੈਕਸ਼ਨ ਲੜਨੇ ਹੈ ਹਰਿਆਣੇ ਦੇ ਵੀ ਲੜਨੇ ਹੈ ਦਿੱਲੀ ਦੇ ਵੀ ਲੜਨੇ ਹੈ ਤੇ ਜਿੱਥੇ ਰਾਜਸਥਾਨ ਦੇ ਵੀ ਲੜਨੇ ਹੈ ਇਹ ਕਿਵੇਂ ਕਹਿ ਸਕਦੀ ਹੈ ਕਿ ਪੰਜਾਬ ਦੇ ਪਾਣੀ ਅਸੀਂ ਰਾਜਸਥਾਨ ਜਾਂ ਹਰਿਆਣੇ ਨੂੰ ਨਹੀਂ ਜਾਣ ਦੇਣੇ ਕਹਿ ਨਹੀਂ ਸਕਦੀ ਜਿਹੜੀ ਪਾਰਟੀ ਨੇ ਉਹਨਾਂ ਸੂਬਿਆਂ ਦੇ ਵਿੱਚ ਇਲੈਕਸ਼ਨ ਲੜਦੇ ਹੈ ਉਹ ਕਿਵੇਂ ਕਹਿ ਦੂ ਕਿ ਅਸੀਂ ਮਾਮਲਾ ਲਵਾਂਗੇ ਜਾਂ ਕੁਛ ਲਵਾਂਗੇ ਕਹਿ ਨਹੀਂ ਸਕਦੇ ਸੋ ਸਾਡੇ ਨਾਲ ਇਹ ਬਹੁਤ ਹੁਣ ਦੂਸਰੀ ਗੱਲ ਹੈ ਕਿ ਇਹ ਮੱਤੇ ਵਾਲਾ ਪਾਰਕ ਹੈਗਾ ਲੁਧਿਆਣੇ ਜਿੱਥੇ ਇੰਡਸਟਰੀ ਲਗਾਉਣੀ ਹੈ ਉਹਦੇ ਨਾਲ ਸਾਰਾ ਜਿਵੇਂ ਬੁੱਢਾ ਨਾਲਾ ਗੰਦਗੀ ਦੇ ਨਾਲ ਭਰ ਕੇ ਫੇਰ ਦਰਿਆ ਦੇ ਵਿੱਚ ਪੈ ਜਾਂਦਾ ਅੱਗੇ ਜਾ ਕੇ ਇਹ ਇੰਡਸਟਰੀ ਨੇ ਸਾਰਾ ਸਤਲੁਜ ਗੰਦ ਤੇ ਗੰਦਗੀ ਦੇ ਨਾਲ ਭਰ ਦੇਣਾ ਹੈਗਾ ਜਿਹਦੇ ਨਾਲ ਜਿਹੜੀ ਸਾਡੀ ਜੰਗਲ ਹੈ ਉਹ ਵੀ ਖਤਮ ਹੋ ਜਾਊਗਾ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜੂਗੀ 10 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਲੁਧਿਆਣੇ ਇਹਦੇ ਬਾਰੇ ਜਿਹਦੇ ਵਿੱਚ ਮੈਂ ਸ਼ਾਮਲ ਹੋਊਂਗਾ ਔਰ ਉੱਥੇ ਵੀ ਦੱਸੂਗਾ ਕਿ ਇੱਥੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ ਹੁਣ ਜਦੋਂ ਇੰਡਸਟਰੀ ਲੱਗਦੀ ਹੈ ਕੋਈ ਸ਼ਰਤ ਨਹੀਂ ਰੱਖੀ ਜਾਂਦੀ ਕਿ ਜਿਹੜਾ ਪੰਜਾਬ ਦਾ ਲੇਬਰ ਹੈ ਉਹ ਜ਼ਿਆਦਾ ਮਹਿੰਗਾ ਹੁੰਦਾ ਉਹ ਜ਼ਿਆਦਾ ਪੈਸੇ ਲੱਗਦਾ ਜਾਂ ਤਾਂ ਕੋਈ ਸ਼ਰਤ ਰੱਖੀ ਜਾਵੇ ਕਿ ਜਿਹੜਾ ਪੰਜਾਬ ਦਾ ਲੇਬਰ ਹੋਊਗਾ ਉਸ ਨੂੰ ਪੈਸੇ ਉਹਦੇ ਰਹਿਣ ਸੁਭਾਅ ਹੈਗਾ ਜਿਵੇਂ ਉਹ ਖਰਚ ਤਾਂ ਕਰਦਾ ਜਿਵੇਂ ਰਹਿੰਦਾ ਸਹਿੰਦਾ ਹੈ
ਉਹਦੇ ਮੁਤਾਬਕ ਮਿਲੂਗਾ, ਨਹੀਂ ਤਾਂ ਇਹ ਸਾਰੇ ਬਿਹਾਰ ਦੇ ਇੱਧਰ ਦੇ ਯੂਪੀ ਦੇ ਬੰਦੇ ਆ ਕੇ ਭਰਤੀ ਹੋ ਜਾਂਦੇ ਹੈ ਔਰ ਪੰਜਾਬ ਦੀ ਵਾਤਾਵਰਨ ਖਰਾਬ ਕਰਦੇ ਹੈ ਔਰ ਇਹ ਉਸ ਨੂੰ ਲੁੱਟ ਕੇ ਲੈ ਜਾ ਪੰਜਾਬ ਦੇ ਲੇਬਰ ਨੂੰ ਨੌਕਰੀ ਨਹੀਂ ਮਿਲਦੀ ਹੈ। ਪੰਜਾਬ ਦੇ ਲੇਬਰ ਦੀ ਜਿਹੜੀ ਮਿਹਨਤ ਹੈ ਇਹਦੇ ਲਈ ਇਹ ਸਰਕਾਰਾਂ ਨੂੰ ਮੁਲਾਜ਼ਮਾਂ ਨੂੰ ਪੈਸੇ ਮਿਲਦੇ ਹੈ ਉਸ ਰੇਟ ਦੇ ਨਾਲ ਮਿਲਣ ਤਾਂ ਇੰਡਸਟਰੀ ਲੱਗੇ, ਪਰ ਇੰਡਸਟਰੀ ਲੱਗਣ ਦਾ ਫਾਇਦਾ ਤਾਂ ਹੈ ਨਾਲੇ ਉਹਦੇ ਤੇ ਸਾਡੀ ਬਿਜਲੀ ਖਰਚ ਹੁੰਦੀ ਹੈ, ਅਸੀਂ ਰਾਤਾਂ ਨੂੰ ਇਹ ਪੱਖੇ ਤੋਂ ਬਗੈਰ ਸੌਂਦੇ ਹੈ, ਸਾਨੂੰ ਖੇਤਾਂ ਦੇ ਲਈ ਟਿਊਬਵੈੱਲ ਨਹੀਂ ਚੱਲਦੇ, ਸਾਰੀ ਇੰਡਸਟਰੀ ਬਿਜਲੀ ਖਾ ਜਾਂਦੀ ਹੈ। ਪੰਜਾਬ ਨੂੰ ਫਾਇਦਾ ਨਹੀਂ ਹੈ ਜਿੰਨਾ ਚਿਰ ਸਾਡੇ ਲੇਬਰ ਦੀ ਤਨਖਾਹ ਦੂਸਰੇ ਲੇਬਰ ਦੇ ਨਾਲੋਂ ਜ਼ਿਆਦਾ ਨਹੀਂ ਹੁੰਦੀ। ਹੁਣ ਤੁਹਾਨੂੰ ਪਤਾ ਹੈ ਕਿ ਜਦੋਂ ਬਾਦਲ ਸਾਹਿਬ ਦੀ ਪਹਿਲਾਂ ਵਜ਼ਾਰਤ ਬਣੀ ਸੀਗੀ, ਇਹਨਾਂ ਨੇ ਕੌਡੀ ਦੇ ਮੈਚ ਇੰਟਰਨੈਸ਼ਨਲ ਪੱਧਰ ਤੇ ਸ਼ੁਰੂ ਬੁਲਾਏ ਸੀ। ਉੱਥੇ ਕੌਡੀ ਖੇਡਣ ਦੀ ਇੰਟਰਨੈਸ਼ਨਲ ਦੀ ਗੱਲ ਜਦੋਂ ਇੱਥੇ ਆ ਗਏ ਬਾਦਲ ਸਾਹਿਬ ਇਹਨਾਂ ਦੀ ਵਜ਼ਾਰਤ ਨੇ ਕੈਨੇਡਾ, ਅਮਰੀਕਾ, ਯੂਰਪ, ਜਾਪਾਨ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਡਰੱਗਸ ਦਾ ਜਾਲ ਫਸਾਤਾ, ਜਿਹਦੇ ਨਾਲ